ਸਲਾਮੁਅਲੈਕਮ। ਕੋਈ ਬਾਦਸ਼ਾਹ ਹੈ ਨਾ ਜੀ, ਤੇ ਉਹਦੀ ਨਾ ਬਾਦਸ਼ਾਹੀ ਦੇ ਉੱਤੇ ਦੂਸਰੀ ਰਿਆਸਤ ਨੇ ਹਮਲਾ ਕਰ ਲਿੱਤਾ। ਤੇ ਉਹ ਜਨਾਬ ਉਹਦੀ ਰਿਆਸਤ ਤੇ ਕਬਜ਼ਾ ਹੋ ਗਿਆ। ਔਰ ਉਹਨੇ ਜਨਾਬ ਮੇਰੀ ਉਹ ਜਿਹੜੇ ਕੋਈ ਨਾਲ ਵਜ਼ੀਰ ਮਸ਼ੀਰ ਹੈ ਉਹ ਤੇ ਕੋਈ ਨੱਸ ਭੱਜ ਗਏ। ਤੇ ਉਹ ਇਕੱਲਾ ਹੀ ਜਣਾ ਜਨਾਬ ਮੇਰੀ ਟੁਰ ਪਿਆ। ਤੇ ਜਿਸ ਵੇਲੇ ਕੋਈ ਉਹ ਜੰਗਲ ਸ਼ੰਗਲ ਕੋਈ ਦਿਹਾੜੇ ਦੋ ਤਰੇ ਉਹਨੇ ਲਾਏ ਨਾ, ਤੇ ਉਹ ਕੋਈ ਦੋ ਦਿਨਾਂ 'ਚ ਕੋਈ ਦੂਸਰੀ ਅਗਲੀ ਜਗੀਰ 'ਚ ਜਾ ਵੜਿਆ। ਤੇ ਉੱਥੇ ਜਨਾਬ ਮੇਰੀ ਜਾ ਕੇ ਉਹਨੇ ਕੋਈ ਕਿਸੇ ਬੰਦੇ ਕੋਲ ਪੁੱਛਿਆ ਬਈ ਇੱਥੇ ਕੋਈ ਕੰਮ ਸ਼ਮ। ਤੇ ਉਹਨਾਂ ਨੇ ਕਿਹਾ ਵੀ ਕੰਮ ਸ਼ਮ ਤੇ ਬਾਦਸ਼ਾਹ ਸਲਾਮਤ ਇੱਥੇ ਕੋਈ ਨਹੀਂ, ਸਰਕਾਰ ਅਸੀਂ ਤੇ ਆਪ ਜਨਾਬ ਮੇਰੀ ਇੱਕ ਟਾਈਮ ਖਾਂਦੇ ਆ, ਤੇ ਇੰਨਾ ਕਰ ਸਕਦੇ ਆ ਵੀ ਚਲੋ ਕੋਈ ਤੁਸੀਂ ਭੁੱਖੇ ਹੋ ਤੇ ਰੋਟੀ ਸ਼ੋਟੀ ਖਾਓ ਤੇ ਤੁਹਾਨੂੰ ਅਸੀਂ ਰਾਹ ਪਾਉਂਦੇ ਆ। ਤੇ ਅੱਗੇ ਬਾਦਸ਼ਾਹ ਦਾ ਦਰਬਾਰ ਹੈ ਤੇ ਉੱਥੇ ਜਾਓ, ਉੱਥੋਂ ਕੋਈ ਮਤੇ ਤੁਹਾਨੂੰ ਖੈਰ ਪੈ ਜਾਏ ਵੀ ਕੋਈ ਨੌਕਰੀ ਜਾਂ ਕੋਈ ਕੰਮ ਧੰਦਾ। ਇੱਥੇ ਸਾਡੇ ਕੋਈ ਨਹੀਂ ਹੈ ਵੀ ਇਸ ਤਰ੍ਹਾਂ ਦਾ ਕੰਮ। ਉਹਨੇ ਕਿਹਾ ਚਲੋ ਠੀਕ ਹੈ। ਉਹ ਵਿਚਾਰਾ ਭੁੱਖਾ ਸੀ ਦੋ ਦਿਨਾਂ ਦਾ, ਕੋਈ ਰੋਟੀ ਸ਼ੋਟੀ ਕੋਈ ਪਾਣੀ ਛਾਣੀ ਉੱਥੋਂ ਉਹਨੇ ਕੋਈ ਲੱਸੀ ਸ਼ੱਸੀ ਪੀਤੀ ਤੇ ਟੁਰ ਪਿਆ ਜਨਾਬ ਮੇਰੇ। ਉੱਥੇ ਗਿਆ ਬਾਦਸ਼ਾਹ ਦੇ ਦਰਬਾਰ ਦੇ ਵਿੱਚ, ਉਹਨੂੰ ਸਲਾਮ ਪੇਸ਼ ਕੀਤਾ ਸੋ ਤੇ ਉਹਨੂੰ ਦੱਸਿਆ ਸੋ ਬਈ ਕੋਈ ਨੌਕਰੀ ਕੋਈ ਖਾਦਮ ਜਨਾਬ ਮੇਰੀ ਤੁਹਾਨੂੰ ਚਾਹੀਦਾ ਹੋਵੇ ਤੇ ਮੈਂ ਤਾਬੇਦਾਰ ਹਾਂ। ਉਹ ਬਾਦਸ਼ਾਹ ਨੇ ਸੋਚ ਕੇ ਦੱਸਿਆ ਵੀ ਸਾਡੇ ਕੋਲ ਤਾਂ ਅੱਗੇ ਹੀ ਦਰਬਾਨ ਜਨਾਬ ਮੇਰੀ ਰੱਜ ਬੜੇ ਨੇ ਤੇ ਲੋੜ ਤੇ ਕੋਈ ਨਹੀਂ ਆਵੀ, ਲੇਕਿਨ ਚਲੋ ਇਹਨੂੰ ਨਾ ਘੋੜਿਆਂ ਦੇ ਸਤਬਲ ਦੇ ਵਿੱਚ ਛੱਡ ਦਿੱਤਾ ਜੀ। ਤੇ ਦੋ ਰੋਟੀਆਂ ਨੂੰ ਜਿਹੜੀਆਂ ਨੇ ਨਾ ਉਹ ਇੱਕ ਸਵੇਰੇ ਤੇ ਇੱਕ ਸ਼ਾਮੀਆਂ ਨੂੰ ਦੇ ਸੜੋ। ਉਹ ਜਨਾਬ ਮੇਰੀ ਵਜ਼ੀਰਾਂ ਨੇ ਹੁਕਮ ਦੀ ਤਾਮੀਲ ਕਰਦੇ ਹੋਏ ਉਹਨਾਂ ਨੂੰ ਜਨਾਬ ਮੇਰੀ ਲੈ ਗਏ। ਉਹ ਪਰਾਂ ਜਨਾਬ ਮੇਰੀ ਦੂਰ ਉਹਦੇ ਜਨਾਬ ਮੇਰੀ ਬਾਦਸ਼ਾਹ ਦੇ ਮਹੱਲ ਤੋਂ ਉਹਨਾਂ ਨੇ ਸਤਬਲ ਸੀ ਉੱਥੇ ਛੱਡਤਾ। ਬਾਦਸ਼ਾਹ ਕੋਈ ਦਿਨਾਂ ਬਾਅਦ ਨਾ ਕੋਈ ਮਹੀਨਾ 10 ਦਿਨ ਪਾ ਕੇ ਤੇ ਜਾਂਦਾ ਉੱਥੇ ਤੇ ਜਾਣਾ ਅੱਗੇ ਜਨਾਬ ਮੇਰੀ ਜਿਹੜਾ ਨਾ ਘੋੜਿਆਂ ਦੀ ਚੰਗੀ ਸੇਵਾ ਸ਼ੇਵਾ ਤੇ ਜਨਾਬ ਮੇਰੀ ਸੋਹਣੇ ਸਾਫ ਸੁਥਰੇ ਸੁਥਰਾਏ ਉਹਨੇ ਪਾਣੀ ਸ਼ਾਣੀ ਡਾਹੀ ਤੇ ਪੱਠੇ ਛੱਟੇ ਪਾ ਕੇ ਤੇ ਬੰਨੇ ਸੁਤੇ ਬਾਦਸ਼ਾਹ ਐਵੇਂ ਮੂਡ ਵਿੱਚ ਆ। ਤੇ ਉਹ ਜਿਹੜਾ ਸਭ ਤੋਂ ਜਨਾਬ ਮੇਰੀ ਮਹਿੰਗਾ ਘੋੜਾ ਸੀ ਨਾ ਤੇ ਚੰਗਾ ਨਸਲੀ ਬਾਦਸ਼ਾਹ ਦੇ ਕਾਗਜ਼ਾਂ ਵਿੱਚ ਉਹਨੂੰ ਕਹਿੰਦਾ ਵੀ ਉਹ ਕੋਈ ਘੋੜਿਆਂ ਦੇ ਬਾਰੇ ਜਾਣਨਾ ਵੀ ਹੈ। ਉਹਨੇ ਕਿਹਾ ਬਾਦਸ਼ਾਹ ਸਲਾਮਤ ਪੁੱਛੋ ਇਹ ਜਿਹੜਾ ਘੋੜਾ ਹੀ ਇਹਦੀ ਸੁਨਾਹ। ਉਹਨੇ ਕਿਹਾ ਬਾਦਸ਼ਾਹ ਸਲਾਮਤ ਹੈ ਤੁਹਾਡਾ ਬੜਾ ਮਹਿੰਗਾ ਘੋੜਾ ਹੈ ਤੇ ਬੜਾ ਨਸਲੀ ਤੁਸੀਂ ਰੱਖਿਆ ਤੇ ਬਾਹਰ ਮੈਨੂੰ ਨਾ ਹੀ ਪੁੱਛੋ। ਉਹਨੇ ਆਖਿਆ ਨਹੀਂ ਦੱਸ ਜੇ ਕੋਈ ਤੇਰੇ ਕੋਲ ਗੱਲ ਹੈ ਤੇ। ਉਹਨੇ ਆਖਿਆ ਵੀ ਜਾਨ ਕੀ ਅਮਾਨ, ਵੀ ਪਹਿਲਾਂ ਮੇਰੀ ਜਾਨ ਦੀ ਤੂੰ ਅਮਾਨਤ ਦੇ, ਜ਼ਮਾਨਤ ਦੇ ਬਈ ਕਰੇ ਉਹ ਹੀ ਨਾ ਹੋਵੇ ਵੀ ਬਾਦਸ਼ਾਹ ਮੂਡ 'ਚ ਹੋਵੇ। ਤੇ ਉਹਨੇ ਆਖਿਆ ਵੀ ਸਰ ਕਲਮ ਸੇ ਸਰ ਤਨ ਸੇ ਜਦਾ ਕੀਆ ਜਾਏ। ਤੇ ਮੈਂ ਉਸ ਵਕਤ ਇੰਜ ਦੇ ਹੀ ਕੰਮ ਹੁੰਦੇ ਸੀ। ਉਹਨਾਂ ਨੇ ਕਿਹਾ ਜੀ ਠੀਕ ਹੈ ਦਿੱਤੀ। ਬਾਦਸ਼ਾਹ ਨੇ ਆਖਿਆ ਜੀ ਦਿੱਤੀ, ਜ਼ਮਾਨਤ ਦਿੱਤੀ, ਤੂੰ ਗੱਲ ਦੱਸ। ਉਹਨੇ ਬਾਦਸ਼ਾਹ ਸਲਾਮਤ ਦਾ ਘੋੜਾ ਤੇਰਾ ਨਸਲੀ ਨਹੀਂ। ਉਹਨੇ ਆਖਿਆ ਕਿਸ ਤਰ੍ਹਾਂ ਹੋ ਸਕਦਾ ਹੈ, ਤੇ ਸਾਰੇ ਸਤਬਲ ਦੇ ਵਿੱਚ ਸਭ ਤੋਂ ਮਹਿੰਗਾ ਤੇ ਸੋਹਣਾ ਘੋੜਾ ਤੇ ਇਹ ਕਿਸ ਤਰ੍ਹਾਂ ਹੋ ਸਕਦਾ। ਉਹਨੇ ਹੈ ਬਾਦਸ਼ਾਹ ਸਲਾਮਤ ਬਾਹਰ ਵਾਲਾ ਸੀ ਤੁਹਾਨੂੰ ਦੱਸਣਾ ਸੀ। ਉਹਨੇ ਹੈ ਜੀ ਜਿੱਥੋਂ ਲਿਆਂਦਾ ਉਹਨੂੰ ਪੇਸ਼ ਕੀਤਾ ਜਾਏ। ਉਹ ਵੀ ਆ ਗਿਆ। ਹਾਂ ਭਾਈ ਇਹ ਗੱਲ ਸੱਚੀ ਹੈ ਵੀ ਇਹ ਘੋੜਾ ਜਿਹੜਾ ਇਹ ਨਸਲੀ ਨਹੀਂ। ਉਹਨੇ ਹੈ ਬਾਦਸ਼ਾਹ ਸਲਾਮਤ ਬਾਕੀ ਤੇ ਮੈਨੂੰ ਨਹੀਂ ਪਤਾ ਵੀ, ਲੇਕਿਨ ਜਦੋਂ ਇਹ ਜਨਾਬ ਮੇਰੀ ਪੈਦਾ ਹੋਇਆ ਨਾ ਤੇ ਇਹਦੀ ਮਾਂ ਮਰ ਗਈ ਸੀ ਤੇ ਇਹਦੀ ਜਨਾਬ ਮੇਰੀ ਪਰਵਰਿਸ਼ ਜਿਹੜੀ ਹੈ ਨਾ ਉਹ ਬੱਕਰੀ ਦੇ ਦੁੱਧ ਨਾਲ ਕੀਤੀ ਸੀ। ਤੇ ਹੋਰ ਤੇ ਕੋਈ ਮੈਨੂੰ ਇਹਦੇ ਵਿੱਚ ਐਬ ਨਹੀਂ ਨਜ਼ਰ ਆਉਂਦਾ। ਉਹਨੇ ਹਾਂ ਵੀ ਜਵਾਨਾ ਤੂੰ ਦੱਸ। ਉਹਨੇ ਬਾਦਸ਼ਾਹ ਸਲਾਮਤ ਜਿਸ ਵਕਤ ਘਾਹ ਖਾਂਦਾ ਨਾ ਤੇ ਬੱਕਰੀ ਅੰਗਰ ਨਾ ਸਿਰ ਥੱਲੇ ਸੱਟ ਕੇ ਖਾਂਦਾ। ਘੋੜੇ ਦਾ ਕੰਮ ਹੈ ਥੱਲੇ ਘਾਹ ਲੈ ਕੇ ਮੂੰਹ ਤਾਂ ਚੁੱਕ ਕੇ ਜਿਹੜਾ ਨਾ ਤੇ ਫਿਰ ਘਾਹ ਖਾਣਾ। ਇਹ ਜਿਹੜਾ ਨਾ ਨਸਲੀ ਨਹੀਂ ਹੈ ਵੀ ਮੈਂ ਤੇ ਇੱਥੋਂ ਇਹਨੂੰ ਪਛਾਣਿਆ। ਉਹਨੇ ਹੈ ਬਾਈ ਜਣੇ ਨੇ ਸਹੀ ਪਛਾਣਿਆ। ਬਾਦਸ਼ਾਹ ਜਨਾਬ ਮੇਰੀ ਉੱਥੇ ਖਲੋਤੇ ਜਿਹੜਾ ਨਾ ਇੰਝ ਆਪਣੇ ਮਹੱਲਾ ਮਾਰੀ ਨਾ ਨਜ਼ਰ ਤੇ ਉਹਦੀ ਬੇਗਮ ਪਈ ਉੱਤੇ ਫਿਰਦੀ ਸੀ। ਉਹਨੇ ਹੈ ਜਣੇ ਦਾ ਤਜਰਬਾ ਹੈ ਇਹਦੇ ਕੋਲ ਕੋਈ ਗੱਲ ਹੈ ਵੀ ਜਿਹੜੇ ਨਾ ਪੁੱਛ ਲਈ। ਤੇ ਬਾਦਸ਼ਾਹ ਨੇ ਕਿਹਾ ਵੀ ਉਹ ਜਨਾਬ ਮੇਰੀ ਮੇਰੇ ਬੇਗਮ ਪਈ ਫਿਰਦੀ ਹੈ ਤੇ ਦੱਸਾਂ ਜ਼ਰਾ ਨਸਲੀ ਹੈ ਕਿ ਅਸਲੀ ਹੈ, ਨਕਲੀ ਹੈ ਕਿ ਅਸਲੀ ਹੈ। ਉਹਨੇ ਕਿਹਾ ਬਾਦਸ਼ਾਹ ਸਲਾਮਤ ਜਾਨ ਕੀ ਅਮਾਨ। ਬਾਦਸ਼ਾਹ ਨੇ ਕਿਹਾ ਇਹਨੇ ਅੱਗੇ ਵੀ ਜਨਾਬ ਮੇਰੀ ਜ਼ਮਾਨਤ ਲਈ ਸੀ ਤੇ ਗੱਲ ਸੱਚੀ ਨਿਕਲੀ ਹੈ। ਬਾਦਸ਼ਾਹ ਉਸੇ ਸੱਟ ਤੇ ਕਹਿੰਦਾ ਜੀ ਦਿੱਤੀ। ਉਹ ਜਿਸ ਵਕਤ ਜਨਾਬ ਮੇਰੀ ਉਹਨੇ ਦਿੱਤੀ ਨੇ ਤੇ ਉਹਨੇ ਆਖਿਆ ਵੀ ਇਹ ਬਾਦਸ਼ਾਹ ਸਲਾਮਤ ਤੇਰੇ ਘਰ ਵਾਲੀ ਵੀ
5 ਨੰਬਰ ਹੀ। ਉਹਨੇ ਕਿਹਾ ਭਾਜੀ ਇਹ ਤੇ ਪੱਲਿਓਂ ਪੈ ਗਿਆ ਜਨਾਬ ਮੇਰੀ। ਉਹਨੇ ਕਿਹਾ ਅੱਛਾ ਠੀਕ ਹੈ। ਇਕੱਠੇ ਕੀਤੇ ਜਨਾਬ ਮੇਰੀ 4 ਜੀ। ਉਹਨੇ ਕਿਹਾ ਜੀ ਬੁਲਾਓ ਇਹਦੀ ਮਾਂ ਨੂੰ ਜ਼ਰਾ। ਬੁਲਾਇਆ। ਹਾਂ ਭਾਈ ਇਹ ਜਨਾਬ ਮੇਰੀ ਜਿਹੜੀ ਤੂੰ ਸਾਡੇ ਨਾਲ ਸ਼ਾਦੀ ਇਹਦੀ ਕੀਤੀ ਏ, ਇਹ ਸਹੀ ਦੱਸ ਵੀ ਇਹ ਤੇਰੀ ਧੀ ਏ ਜਾਂ ਕਿਸੇ ਹੋਰ ਦੀ। ਉਹਨੇ ਕਿਹਾ ਬਾਦਸ਼ਾਹ ਸਲਾਮਤ ਸਹੀ ਗੱਲ ਹੈ ਇਹ ਵੀ ਰਿਸ਼ਤਾ ਤੁਹਾਨੂੰ ਦਿੱਤਾ ਸੀ, ਲੇਕਿਨ ਜਿਹੜੀ ਮੇਰੀ ਅਸਲ ਕੁੜੀ ਸੀ ਨਾ ਉਹ ਤਾਂ ਬਚਪਨ 'ਚ ਹੀ ਫੌਤ ਹੋ ਗਈ ਸੀ, ਅਤੇ ਅਸੀਂ ਇਹ ਜਨਾਬ ਮੇਰੀ ਜਿਹੜਾ ਨਾ ਕਿਸੇ ਕੋਲੋਂ ਲੈ ਕੇ ਅਤੇ ਪਾਲੀ ਸੀ, ਅਤੇ ਚੂੰਕਿ ਤੇਰੇ ਬਜ਼ੁਰਗਾਂ ਨਾਲ ਗੱਲ ਹੋਈ ਸੀ ਅਤੇ ਅਸੀਂ ਜਿਹੜਾ ਮੇਰੀ ਫਿਰ ਤੈਨੂੰ ਵਿਆਹ ਦਿੱਤੀ। ਉਹਨੂੰ ਪੁੱਛਿਆ ਹਾਂ ਵੀ ਤੂੰ ਕਿਸ ਤਰ੍ਹਾਂ ਜਨਾਬ ਮੇਰੀ ਪਛਾਣਿਆ ਕਿ ਵੀ ਇਹ ਇਹਨਾਂ ਦੀ ਨਹੀਂ। ਉਹਨੇ ਕਿਹਾ ਬਾਦਸ਼ਾਹ ਸਲਾਮਤ ਇੱਥੋਂ ਜਿਸ ਵੇਲੇ ਚੰਗੜ ਲੰਘਦੇ ਨਾ ਅਤੇ ਉਹ ਟੱਲੀਆਂ ਖੜਕਦੀਆਂ ਇਹਨਾਂ 'ਤੇ ਖੁਸ਼ ਹੁੰਦੀ, ਅਤੇ ਜਿਸ ਵਕਤ ਉਹ ਅਗਾਂਹ ਲੰਘ ਜਾਂਦੇ ਨਾ ਅਤੇ ਫਿਰ ਇਹ ਮਰਝਾਈ ਉੱਤੇ ਫਿਰਦੀ ਹੁੰਦੀ ਪਈ, ਅਤੇ ਮੈਂ ਦੂਰੋਂ ਦੇਖਦਾ ਹੁੰਦਾ ਪਿਆ ਵੀ ਇਹਦੇ ਚਿਹਰੇ 'ਤੇ ਨਾ ਰੌਣਕ ਨਹੀਂ, ਅਤੇ ਜਿਸ ਵਕਤ ਇਹ ਟੱਲੀ ਦੀ ਆਵਾਜ਼ ਸੁਣੇ ਨਾ ਅਤੇ ਉਹ ਉੱਥੋਂ ਫਿਰ ਜਿਹੜਾ ਨਾ ਖੁਸ਼ ਹੁੰਦੀ, ਇਹਦੇ ਖੂਨ 'ਚ ਕੋਈ ਦੌਰਾ ਪੈਂਦਾ ਇਹਨੂੰ। ਉਹਨੇ ਜਣੇ ਨੇ ਇਹ ਵੀ ਗੱਲ ਸਹੀ ਬੁੱਝੀ। ਬਾਦਸ਼ਾਹ ਉਸੇ ਵੱਟ ਦੇ ਵਿੱਚ ਨਾ ਜਨਾਬ ਮੇਰੀ ਇੰਝ ਰੁੱਖ ਆਪਣੇ ਵੱਲ ਕੀਤਾ। ਉਹਨੇ ਆਖਿਆ ਵੀ ਮੇਰਾ ਦੱਸਾਂ ਜ਼ਰਾ। ਉਹਨੇ ਜਣੇ ਨੂੰ ਗੁੱਸਾ ਅੱਗੇ ਹੀ ਬੜਾ ਸੀ ਵੀ ਇਹ ਜਨਾਬ ਮੇਰੀ ਸਵੇਰੇ ਇੱਕ ਰੋਟੀ ਦਿੰਦਾ ਅਤੇ ਸ਼ਾਮੀ ਇੱਕ ਦਿੰਦਾ। ਉਹਨੇ ਬਾਦਸ਼ਾਹ ਸਲਾਮਤ ਬੰਦਾ ਤੂੰ ਵੀ ਇੱਕ ਨੰਬਰ ਨਹੀਂ ਆਇਆ। ਉਹਨੇ ਮੁੜ ਜਾ। ਉਹਨੇ ਆਖਿਆ ਮੈਂ ਤੈਨੂੰ ਸੱਚੀ ਗੱਲ ਦੱਸਣਾ, ਜਾਣ ਕੀ ਅਮਾਨ ਤੇ ਤੂੰ ਦਿੱਤੀ ਹੈ ਨਾ। ਉਹਨੇ ਆਖਿਆ ਅੱਛਾ ਚਲੋ ਠੀਕ ਹੈ, ਲਿਆਓ ਜੀ ਮੇਰੀ ਬੇਬੇ ਨੂੰ ਪੇਸ਼ ਕੀਤਾ ਜਾਏ। ਉਹਨੇ ਜਨਾਬ ਮੇਰੀ ਆਪਣੀ ਮਾਂ ਨੂੰ ਕਟਹਿਰੇ 'ਚ ਖੜਾ ਕਰ ਲਿਆ। ਜੇ ਉੱਤੇ ਖੜਾ ਕੀਤਾ ਜਨਾਬ ਮੇਰੀ ਪੁੱਛਿਆ ਹਾਂ ਜੀ ਅੰਮਾ ਇਹ ਗੱਲ ਜਿਹੜੀ ਆਖਦਾ ਪਿਆ ਵੀ ਇਹ ਸੱਚੀ ਹੈ? ਉਹਨੇ ਆਖਿਆ ਇਹ ਬਿਲਕੁਲ ਸੱਚੀ ਕਰਦਾ ਪਿਆ। ਉਹਨੇ ਆਖਿਆ ਅੱਛਾ ਮੇਰੀ ਕੀ ਹਿਸਟਰੀ ਹੈ? ਉਹਨੇ ਆਖਿਆ ਤੇਰੀ ਹਿਸਟਰੀ ਇਹ ਹੈ ਵੀ ਜਿਹੜੀ ਉਸ ਕੁੜੀ ਦੀ ਹਿਸਟਰੀ ਹੈ ਨਾ ਉਸੇ ਤਰ੍ਹਾਂ ਜਨਾਬ ਮੇਰੀ ਸਾਡਾ ਵੀ ਬੱਚਾ ਫੌਤ ਹੋ ਗਿਆ ਸੀ, ਅਤੇ ਅਸੀਂ ਕਿਸੇ ਹੋਰ ਬੰਦੇ ਕੋਲੋਂ ਲੈ ਕੇ ਅਤੇ ਤੈਨੂੰ ਪਾਲਿਆ ਅਤੇ ਪਾਲ ਕੇ ਜਨਾਬ ਮੇਰੀ ਵਿਰਾਸਤ ਦਾ ਇਸ ਪੂਰੀ ਰਿਆਇਆ ਦਾ ਜਨਾਬ ਮੇਰੀ ਬਾਦਸ਼ਾਹ ਬਣਾਇਆ, ਅਤੇ ਜਨਾਬ ਮੇਰੀ ਸਾਕ ਇਹਨਾਂ ਦੇ ਹੋਏ ਅਸੀਂ ਅਤੇ ਅਸੀਂ ਤੇਰਾ ਵਿਆਹ ਕੀਤਾ। ਉਹਨੇ ਆਖਿਆ ਅੱਛਾ ਇਹਦਾ ਮਤਲਬ ਹੈ ਕਿ ਮੈਂ ਵੀ ਆਪਣੇ ਪਿਓ ਦਾ ਨਹੀਂ, ਨਾ ਹੀ ਜਨਾਬ ਮੇਰੀ ਤੂੰ ਮੇਰੀ ਵਾਲਦ ਹੈ। ਜਣਿਆ ਤੂੰ ਦੱਸ ਬਾਈ ਵੀ ਤੂੰ ਕਿਸ ਤਰ੍ਹਾਂ ਮੈਨੂੰ ਪਛਾਣਿਆ? ਉਹਨੇ ਕਿਹਾ ਬਾਦਸ਼ਾਹ ਸਲਾਮਤ ਜਿਹੜੇ ਬਾਦਸ਼ਾਹ ਹੁੰਦੇ ਨੇ ਨਾ ਉਹ ਜਦੋਂ ਖੁਸ਼ ਹੁੰਦੇ ਨੇ ਜਾਂ ਉਹਨਾਂ ਦੀ ਕੋਈ ਗੱਲ ਪੂਰੀ ਹੋਵੇ ਨਾ ਅਤੇ ਉਹ ਹੀਰੇ ਅਤੇ ਜਵਾਹਰਾਤ ਦਿੰਦੇ ਨੇ, ਅਤੇ ਜਨਾਬ ਮੇਰੀ ਕੋਈ ਰਿਆਇਆ ਦੇ ਵਿੱਚੋਂ ਚੰਗੀ ਚੀਜ਼ ਜਿਹੜੀ ਹੁੰਦੀ ਨਾ ਉਹ ਦਿੰਦੇ ਨੇ। ਉਹਨਾਂ ਨੂੰ ਕੀ ਫਰਕ ਪੈਂਦਾ? ਤੂੰ ਐਸਾ ਬਾਦਸ਼ਾਹ ਜਨਾਬ ਮੇਰੀ ਜਦੋਂ ਤੈਨੂੰ ਕੋਈ ਗੱਲ ਦੱਸੀਏ ਤੂੰ ਕਹਿੰਦਾ ਇਹਦੀਆਂ ਰੋਟੀਆਂ 2 ਵਧਾੜ। ਅਤੇ ਮੈਂ ਆਖਿਆ ਬੰਦਾ ਇਹ ਵੀ ਕੋਈ ਚਵਲ ਹੀ ਹੈ, ਇਹ ਅਸਲ ਬਾਦਸ਼ਾਹ ਨਹੀਂ। ਅਤੇ ਗੱਲ ਹੈ ਵੀ ਇਹ ਨਸਲਾਂ ਦੀ ਗੱਲ ਮੁੱਕਦੀ ਹੈ। ਜਿਹੜੇ ਅਸਲੀ ਅਤੇ ਨਸਲੀ ਹੁੰਦੇ ਨੇ ਨਾ ਉਹਨਾਂ ਦੇ ਪਤੇ ਪਏ ਹੀ ਲੱਗਦੇ ਨੇ। ਉਹ ਭਾਵੇਂ ਬਾਦਸ਼ਾਹ ਵੀ ਬਣ ਜਾਣ ਨਾ ਉਹਨਾਂ ਦੇ ਕਰਤੂਤਾਂ ਤੋਂ ਪਿਆ ਪਤਾ ਲੱਗਦਾ ਵੀ ਇਹ ਵਾਕਈ ਅਸਲੀ ਨੇ ਕਿ ਜਾਂ ਜਨਾਬ ਮੇਰੀ ਇੱਧਰੋਂ ਉੱਧਰੋਂ ਬਣੇ ਨੇ। ਠੀਕ ਹੈ, ਲਓ ਜੀ ਰੱਬ ਰੱਖਾ ਜੀ।